Dear student, BA third year, semester 6, ਤਾਂ ਅੱਜ ਅਸੀਂ ਇਲੈਕਟਿਵ ਪੰਜਾਬੀ ਦਾ ਅੱਗੇ ਕੰਮ ਕਰਾਂਗੇ। ਪਹਿਲੇ 4 ਕਵਿਤਾਵਾਂ ਹੋ ਚੁੱਕੀਆਂ ਸ਼ਾਹ ਹੁਸੈਨ ਦੀਆਂ। ਅੱਜ ਅਸੀਂ 5ਵੀਂ ਕਵਿਤਾ ਸੱਜਣ ਦੇ ਹੱਥ ਬਾਂਹ ਸਾਡੀ। ਸੱਜਣ ਦੇ ਹੱਥ ਬਾਂਹ ਸਾਡੀ, ਕਿਉਂ ਕਰ ਆਖਾਂ ਛੋੜ ਤੇ ਅੜਿਆ। ਰਾਤ ਅੰਧੇਰੀ ਬੱਦਲ ਕਣੀਆਂ, ਬਾਂਝ ਵਕੀਲਾ ਮੁਸ਼ਕਲ ਬਣੀਆਂ। ਡਾਢੇ ਕੀਤਾ ਛੱਡ ਵੇ ਅੜਿਆ। ਤਾਂ ਇਹਦੇ ਵਿੱਚ ਔਖੇ ਸ਼ਬਦਾਂ ਦੇ ਅਰਥ ਹੈ ਵਕੀਲਾਂ ਜਿਵੇਂ ਅਦਾਲਤ ਵਿੱਚ ਕਿਸੇ ਦਾ ਪੱਖ ਪੇਸ਼ ਕਰਨ ਵਾਲਾ ਮੁਰਸ਼ਦ। ਛੱਡ ਮੈਨਾ ਸੱਦ। ਤਾਂ ਪ੍ਰਸੰਗ ਵਿੱਚ ਆਪਾਂ ਲਿਖਾਂਗੇ ਇਹ ਕਾਵਿ ਟੋਟਾ ਸ਼ਬਦ ਸਵੇਰਾ। ਸ਼ਬਦ ਸਵੇਰਾ ਕਾਵਿ ਸੰਗ੍ਰਹਿ ਵਿੱਚ ਦਰਜ ਸ਼ਾਹ ਹੁਸੈਨ ਦੀ ਲਿਖੀ ਹੋਈ ਕਾਫੀ ਸੱਜਣ ਦੇ ਹੱਥ ਬਾਂਹ ਸਾਡੀ ਵਿੱਚੋਂ ਲਿਆ ਗਿਆ ਹੈ। ਇਸ ਕਾਫੀ ਵਿੱਚ ਸ਼ਾਹ ਹੁਸੈਨ ਨੇ ਆਪਣੇ ਸੂਫੀ ਵਿਚਾਰਾਂ ਅਨੁਸਾਰ ਪ੍ਰਭੂ ਦੀ ਪ੍ਰਾਪਤੀ ਲਈ ਮੁਰਸ਼ਦ ਦੀ ਲੋੜ ਨੂੰ ਦ੍ਰਿੜਾਇਆ ਹੈ ਅਤੇ ਮਨੁੱਖ ਨੂੰ ਸ਼ੁਭ ਕੰਮ ਕਰਨ ਦੀ ਪ੍ਰੇਰਨਾ ਦਿੱਤੀ ਹੈ। ਇਹਨਾਂ ਸਤਰਾਂ ਵਿੱਚ ਪ੍ਰਭੂ ਦੀ ਪ੍ਰਾਪਤੀ ਲਈ ਮੁਰਸ਼ਦ ਦੀ ਮਹਾਨਤਾ ਦਾ ਜ਼ਿਕਰ ਹੈ। ਤਾਂ ਵਿਆਖਿਆ ਵਿੱਚ ਆਪਾਂ ਲਿਖਾਂਗੇ, ਤਾਂ ਵਿਆਖਿਆ ਵਿੱਚ ਜਿਹੜਾ ਸ਼ਾਹ ਹੁਸੈਨ ਕਹਿੰਦਾ ਸਾਡੀ ਮਾਂ ਸੱਜਣ ਅਰਥਾਤ ਮੁਰਸ਼ਦ ਦੇ ਹੱਥ ਵਿੱਚ ਹੈ, ਅਤੇ ਮੈਂ ਇਹ ਸ਼ਬਦ ਮੂੰਹੋਂ ਕਿਉਂ ਕੱਢਾਂ ਕਿ ਉਹ ਮੇਰੀ ਬਾਂਹ ਛੱਡ ਦੇਵੇ। ਡਾਢੇ ਰੱਬ ਨੇ ਸੱਦਾ ਦਿੱਤਾ ਹੈ, ਉੱਪਰੋਂ ਹਨੇਰੀ ਰਾਤ ਹੈ, ਬੱਦਲ ਛਾਏ ਹੋਏ ਹਨ ਅਤੇ ਕਣੀਆਂ ਪੈ ਰਹੀਆਂ ਹਨ। ਅਰਥਾਤ ਮਨ ਦੇ ਵਿਕਾਰ ਮੈਨੂੰ ਉਸ ਦੇ ਰਾਹ ਉੱਤੇ ਤੁਰਨ ਨਹੀਂ ਦੇ ਰਹੇ। ਮੁਰਸ਼ਦ ਦੇ ਸਾਥ ਤੋਂ ਬਿਨਾਂ ਮੈਂ ਇਸ ਬਿਖੜੇ ਪੈਂਡੇ ਨੂੰ ਰਸਤੇ ਨੂੰ ਤੈਅ ਕਰਨਾ ਮੁਸ਼ਕਲ ਹੈ, ਇਸ ਕਰਕੇ ਮੁਰਸ਼ਦ ਦਾ ਸਾਥ ਨਹੀਂ ਛੱਡ ਸਕਦੀ। ਤਾਂ ਇਹ ਊੜਾ ਪੈਰਾ ਸੀ। ਅੱਗੇ ਐੜਾ ਪੈਰਾ ਪੜ੍ਹਾਂਗੇ ਆਪਾਂ। ਇਸ਼ਕ ਮੁਹੱਬਤ ਸੋਈ ਜਾਣੇ ਪਈ ਜਿਨ੍ਹਾਂ ਦੇ ਹੱਡ ਵੇ ਅੜਿਆ। ਕੱਲਰ ਖੱਟ ਨਾ ਖੂੜੀ ਚੀਨਾ ਰੇਤ ਨਾ ਗੱਡ ਵੇ ਅੜਿਆ। ਨਿਤ ਪ੍ਰੇਨਾ ਛਟੀਆਂ ਇੱਕ ਦਿਨ ਜਾਸੇ ਛੱਡ ਵੇ ਅੜਿਆ। ਕਈ ਹੁਸੈਨ ਫਕੀਰ ਨਿਮਾਣਾ ਨੈਣ ਨੈਣਾ ਨਾਲ ਗੱਡ ਵੇ ਅੜਿਆ। ਤਾਂ ਔਖੇ ਸ਼ਬਦਾਂ ਦੇ ਅਰਥ ਨੇ। ਅੜਿਆ ਮਤਲਬ ਪਿਆਰਿਆ, ਖੱਟ ਮੈਨਾ ਪੁੱਟ, ਖੂੜੀ ਮੈਨਾ ਖੂਈ, ਚੀਨਾ ਮੈਨਾ ਚੋਲ, ਛਟੀਆਂ ਮੈਨਾ ਛੱਟ ਮਤਲਬ ਖੋਤੇ ਉੱਤੇ ਜਿਹੜਾ ਭਾਰ ਲੱਦਣ ਵਾਲੀ ਬੋਰੀ ਹੁੰਦੀ ਹੈ। ਜਾਂਸੇ ਮੈਨਾ ਜਾਵੇਂਗਾ। ਤਾਂ ਵਿਆਖਿਆ ਵਿੱਚ ਆਪਾਂ ਲਿਖਾਂਗੇ ਪ੍ਰਸੰਗ ਉਸੇ ਤਰ੍ਹਾਂ ਹੀ ਲਿਖਾਂਗੇ ਜਿਹੜੇ ਪਹਿਲੇ ਊੜੇ ਪੈਰੇ 'ਚ ਲਿਖਿਆ। ਤਾਂ ਸਾਈਂ ਦਾ ਨਿਮਾਣਾ ਫਕੀਰ ਸ਼ਾਹ ਹੁਸੈਨ ਕਹਿੰਦਾ ਕਿ ਉਹ ਜੀਵ ਇਸਤਰੀਆਂ ਵਿੱਚ ਇਸ਼ਕ ਮੁਹੱਬਤ ਬਾਰੇ ਕੁਝ ਜਾਣਕਾਰੀ ਨਹੀਂ ਰੱਖਦੀਆਂ ਹਨ, ਜਿਨ੍ਹਾਂ ਦੇ ਇਹ ਹੱਡਾਂ ਨੂੰ ਲੱਗ ਜਾਂਦਾ ਹੈ। ਹੇ ਜੀਵ, ਮੁਰਸ਼ਦ ਤੋਂ ਬਿਨਾਂ ਤੈਨੂੰ ਕੋਈ ਵੀ ਤੇਰੇ ਪਿਆਰੇ ਨਾਲ ਨਹੀਂ ਮਿਲਾ ਸਕਦਾ। ਇਸ ਕਰਕੇ ਤੈਨੂੰ ਨਾ ਤਾਂ ਕੱਲਰ ਵਿੱਚ ਖੂਹੀ ਪੁੱਟਣ ਦਾ ਯਤਨ ਕਰਨਾ ਚਾਹੀਦਾ ਹੈ ਅਤੇ ਨਾ ਹੀ ਰੇਤ ਵਿੱਚ ਚੌਲ ਬੀਜਣੇ ਚਾਹੀਦੇ ਹਨ, ਕਿਉਂਕਿ ਕੱਲਰੀ ਜ਼ਮੀਨ ਵਿੱਚ ਪੁੱਟੇ ਖੂਹ ਦਾ ਪਾਣੀ ਬੇਸਵਾਦ ਹੁੰਦਾ ਹੈ ਅਤੇ ਰੇਤ ਵਿੱਚ ਬੀਜੇ ਚੌਲਾਂ ਦਾ ਕੋਈ ਲਾਭ ਨਹੀਂ ਹੁੰਦਾ। ਅਰਥਾਤ ਮਨੁੱਖ ਨੂੰ ਅਜੇ ਫੋਕਟ ਕਰਮ ਨਹੀਂ ਕਰਨੇ ਚਾਹੀਦੇ ਜਿਨ੍ਹਾਂ ਤੋਂ ਰੂਹਾਨੀ ਤੌਰ 'ਤੇ ਕੋਈ ਲਾਭ ਨਾ ਹੋਵੇ। ਮਨੁੱਖ ਹਰ ਰੋਜ਼ ਸੰਸਾਰਕ ਪਦਾਰਥਾਂ ਦੀਆਂ ਬੋਰੀਆਂ ਭਰਦਾ ਹੈ, ਪਰ ਇੱਕ ਦਿਨ ਅਜਿਹਾ ਆਵੇਗਾ ਕਿ ਉਸ ਦੀ ਮੌਤ ਹੋਣ ਨਾਲ ਉਹ ਸਭ ਕੁਝ ਇੱਥੇ ਹੀ ਛੱਡ ਜਾਵੇਗਾ। ਕਵੀ ਬੜੀ ਨਿਰਮਾਨਤਾ ਨਾਲ ਮਨੁੱਖ ਨੂੰ ਉਪਦੇਸ਼ ਦਿੰਦਾ ਹੈ ਕਿ ਉਹ ਪ੍ਰਭੂ ਪ੍ਰੀਤਮ ਦੀਆਂ ਅੱਖਾਂ ਵਿੱਚ ਅੱਖਾਂ ਪਾਵੇ, ਅਰਥਾਤ ਉਸ ਨਾਲ ਪਿਆਰ ਪਾਵੇ। ਤਾਂ ਇਹ ਸੀ ਸੱਜਣ ਦੇ ਹੱਥ ਬਾਂਹ ਸਾਡੀ ਦੇ 2 ਪੈਰੇ। ਅੱਗੇ ਆਪਾਂ ਜਿਹੜਾ ਇਹਦਾ ਕਾਫੀ ਦਾ ਸਾਰ ਵਿਸ਼ਾ ਵਸਤੂ ਉਹ ਕਰਾਂਗੇ ਆਪਾਂ। ਤਾਂ ਸੱਜਣ ਦੇ ਹੱਥ ਬਾਂਹ ਸਾਡੀ
ਕਾਫੀ ਸ਼ਹਿ ਸੈਨ ਦੀ ਰਚਨਾ ਹੈ। ਇਸ ਦਾ ਵਿਸ਼ਾ ਵਸਤੂ ਸੂਫੀ ਰਹੱਸਵਾਦ ਹੈ। ਇਸ ਵਿੱਚ ਸ਼ਾਹ ਹੁਸੈਨ ਨੇ ਆਪਣੀ ਮੁਰਸ਼ਦ ਨਾਲ ਪ੍ਰੀਤ ਅਤੇ ਅਧਿਆਤਮਕ ਜੀਵਨ ਵਿੱਚ ਮੁਰਸ਼ਦ ਦੀ ਲੋੜ ਦਾ ਜ਼ਿਕਰ ਕਰਦਿਆਂ ਮਨੁੱਖ ਨੂੰ ਸੰਸਾਰਕ ਪਦਾਰਥਾਂ ਦਾ ਤਿਆਗ ਕਰਨ, ਸ਼ੁਭ ਕਰਮ ਕਮਾਉਣ ਅਤੇ ਮੁਰਸ਼ਦ ਪ੍ਰੀਤ ਨੂੰ ਗੂੜੀ ਕਰਨ ਦੀ ਪ੍ਰੇਰਨਾ ਦਿੱਤੀ ਹੈ। ਤਾਂ ਸ਼ਾਹ ਹੁਸੈਨ ਇਸਤਰੀ ਰੂਪ ਵਿੱਚ ਕਹਿੰਦਾ ਹੈ ਕਿ ਉਸ ਦੀ ਬਾਂਹ ਉਸ ਦੇ ਮੁਰਸ਼ਦ ਦੇ ਹੱਥ ਵਿੱਚ ਹੈ। ਉਸ ਦੇ ਜੀਵਨ ਦੀ ਉਸ ਲਈ ਭਾਰੀ ਮਹਾਨਤਾ ਹੈ। ਉਹ ਉਸ ਨੂੰ ਆਪਣੀ ਬਾਂਹ ਛੱਡਣ ਲਈ ਨਹੀਂ ਕਹਿ ਸਕਦੀ। ਜੀਵਨ ਦਾ ਪੰਧ ਵਿਕਾਰਾਂ ਦੀ ਹਨੇਰੀ ਰਾਤ ਬੱਦਲਵਾਈ ਅਤੇ ਕਣੀਆਂ ਨਾਲ ਭਰਪੂਰ ਹੈ। ਡਾਢੇ ਰੱਬ ਦਾ ਸੱਦਾ ਆਉਣ 'ਤੇ ਉਹ ਅਜਿਹੇ ਵਿਖੜੇ ਰਾਹ 'ਤੇ ਮੁਰਸ਼ਦ ਰੂਪੀ ਵਕੀਲ ਦੀ ਸਹਾਇਤਾ ਤੋਂ ਬਿਨਾਂ ਲੰਘ ਕੇ ਨਹੀਂ ਜਾ ਸਕਦੀ। ਅਸਲ ਵਿੱਚ ਇਸ਼ਕ ਮੁਸ਼ਕ ਦੀ ਕਸਕ ਦਾ ਉਸ ਨੂੰ ਹੀ ਪਤਾ ਹੁੰਦਾ ਹੈ ਜਿਨ੍ਹਾਂ ਦੇ ਹੱਡਾਂ ਵਿੱਚ ਇਹ ਲੱਗ ਜਾਂਦਾ ਹੈ। ਜੀਵ ਇਸਤਰੀ ਨੂੰ ਉਸ ਪ੍ਰਭੂ ਪ੍ਰੀਤਮ ਦੀ ਪ੍ਰਾਪਤੀ ਲਈ ਨੇਫਲ ਕੰਮਾਂ ਵੱਲ ਧਿਆਨ ਨਹੀਂ ਦੇਣਾ ਚਾਹੀਦਾ ਅਤੇ ਸੰਸਾਰਕ ਪਦਾਰਥਾਂ ਨੂੰ ਇਕੱਠੇ ਨਹੀਂ ਕਰਨਾ ਚਾਹੀਦਾ, ਕਿਉਂਕਿ ਉਸ ਨੇ ਸਦਾ ਇਸ ਸੰਸਾਰ ਵਿੱਚ ਨਹੀਂ ਰਹਿਣਾ। ਉਸ ਨੂੰ ਪ੍ਰਭੂ ਦੀ ਪ੍ਰਾਪਤੀ ਲਈ ਆਪਣੇ ਮੁਰਸ਼ਦ ਨਾਲ ਪ੍ਰੀਤ ਨੂੰ ਗੂੜੀ ਕਰਨਾ ਚਾਹੀਦਾ ਹੈ। ਅਗਲੀ ਕਵਿਤਾ ਹੈਗੀ ਹੈ 6ਵੀਂ, ਜਿਤ ਤਨ ਲਾਗੀ ਸੋਈ ਜਾਣੇ। ਕਹਿੰਦਾ ਇੱਕ ਦਿਨ ਤੈਨੂੰ ਸੁਪਨਾ ਥੀਸਨ, ਗਲੀਆਂ ਬਾਬਲ ਵਾਲੀਆਂ ਵੋ ਉੱਡ ਗਏ ਭੰਬੋਰ ਫੁੱਲਾਂ ਦੇ ਕੋਲੋਂ, ਸਨ ਪੱਤਰਾਂ ਸਨ ਡਾਲੀਆਂ। ਤਾਂ ਪ੍ਰਸੰਗ ਵਿੱਚ ਆਪਾਂ ਲਿਖਾਂਗੇ ਇਹ ਕਾਵ ਟੋਟਾ ਸ਼ਬਦ ਸਵੇਰਾ ਕਾਵ ਸੰਗ੍ਰਹਿ ਵਿੱਚ ਦਰਜ ਸ਼ਾਹ ਹੁਸੈਨ ਦੀ ਕਾਫੀ ਜਿੱਤ ਤਨ ਲਾਗੀ ਸੋਈ ਜਾਣੇ ਵਿੱਚੋਂ ਲਈਆਂ ਗਈਆਂ ਹਨ। ਇਸ ਕਾਫੀ ਵਿੱਚ ਸ਼ਾਹ ਹੁਸੈਨ ਨੇ ਮਨੁੱਖੀ ਜੀਵਨ ਦੀ ਨਾਸ਼ ਮਾਨਤਾ, ਰੱਬੀ ਇਸ਼ਕ ਦੇ ਨਾਮ ਸਿਮਰਨ ਸੰਬੰਧੀ ਸੂਫੀ ਦ੍ਰਿਸ਼ਟੀਕੋਣ ਤੋਂ ਆਪਣੇ ਵਿਚਾਰ ਅੰਕਿਤ ਕੀਤੇ ਹਨ ਅਤੇ ਇਹਨਾਂ ਸਤਰਾਂ ਵਿੱਚ ਉਹ ਸੰਸਾਰ ਦੀ ਨਾਸ਼ ਮਾਨਤਾ ਬਾਰੇ ਗੱਲ ਕਰਦਾ ਹੈ। ਤਾਂ ਵਿਆਖਿਆ ਵਿੱਚ ਸ਼ਾਹ ਹੁਸੈਨ ਕਹਿੰਦਾ ਹੈ ਕਿ ਇਹ ਜੀਵ ਰੂਪ ਇਸਤਰੀ, ਜਿਸ ਦਿਨ ਤੈਨੂੰ ਮੌਤ ਨੇ ਵਿਆਹ ਕੇ ਲੈ ਜਾਣਾ ਹੈ, ਅਰਥਾਤ ਤੂੰ ਮਰ ਜਾਣਾ, ਉਸ ਦਿਨ ਬਾਬਲ ਦੀਆਂ ਗਲੀਆਂ ਅਰਥਾਤ ਇਹ ਸੰਸਾਰ ਤੇਰੇ ਲਈ ਸੁਪਨਾ ਬਣ ਕੇ ਰਹਿ ਜਾਵੇਗਾ ਅਤੇ ਤੂੰ ਮੁੜ ਕੇ ਇੱਥੇ ਨਹੀਂ ਆ ਸਕੇਂਗੀ। ਮੌਤ ਆਉਣ ਨਾਲ ਤੇਰੇ ਸਰੀਰ ਰੂਪੀ ਫੁੱਲ ਨੂੰ ਡਾਲੀਆਂ ਦੇ ਪੱਤਿਆਂ ਸਮੇਤ ਭੌਰ ਰੂਹ ਛੱਡ ਕੇ ਤੂੰ ਚਲਾ ਜਾਵੇਂਗਾ। ਤਾਂ ਐੜਾ ਪੈਰਾ ਜਿਤ ਤਨ ਲੱਗੀ ਸੋਈ ਤਨ ਜਾਣੇ, ਹੋਰ ਗੱਲਾਂ ਕਰਨ ਸੁਖਾਲੀਆਂ, ਰਹਿ ਵੇ ਕਾਜੀ ਦਿਲ ਨਹੀਂ ਹੋ ਰਾਜੀ, ਗੱਲਾਂ ਹੋਈਆਂ ਤਾਂ ਹੋਵਨ ਵਾਲੀਆਂ, ਸੋਈ ਰਾਤੀ ਲੇਖੇ ਪਿਓਸਨ ਜੋ ਨਾਲ ਸਾਹਿਬ ਦੇ ਜਾਲੀਆਂ, ਨਾਉ ਹੁਸੈਨਾ ਤੇ ਜਾਤ ਜਲਾਹਾ, ਗਾਲੀਆਂ ਦਿੰਦੀਆਂ ਤਾਨੀਆਂ ਵਾਲੀਆਂ। ਅਤੇ ਔਖੇ ਸ਼ਬਦਾਂ ਦੇ ਅਰਥ ਹੈ ਇਹਦੇ ਵਿੱਚ ਪਿਓਸਨ ਪੈਣਗੀਆਂ, ਜਾਲੀਆਂ ਬਤਾਈਆਂ। ਤਾਂ ਪ੍ਰਸੰਗ ਉਸੇ ਤਰ੍ਹਾਂ ਹੀ ਲਿਖਣਾ ਹੈ। ਤਾਂ ਕਵੀ ਸ਼ਾਹ ਹੁਸੈਨ ਕਹਿੰਦਾ ਹੈ ਕਿ ਕਾਜੀ ਤੂੰ ਆਪਣੀਆਂ ਸ਼ਰ੍ਹਾ ਸੰਬੰਧੀਆਂ ਮੱਤਾਂ ਨੂੰ ਸੰਭਾਲ ਕੇ ਰੱਖ। ਮੇਰਾ ਦਿਲ ਤੇਰੀਆਂ ਮੱਤਾਂ ਸੁਣ ਕੇ ਰਾਜੀ ਨਹੀਂ ਹੁੰਦਾ। ਹੁਣ ਤਾਂ ਜਿਹੜੀ ਗੱਲ ਹੋਣੀ ਸੀ ਉਹ ਹੋ ਚੁੱਕੀ, ਅਰਥਾਤ ਮੇਰੇ ਦਿਲ ਨੂੰ ਰੱਬੀ ਇਸ਼ਕ ਲੱਗ ਚੁੱਕਾ ਹੈ, ਜਿਸ ਨਾਲ ਮੇਰਾ ਆਪਣਾ ਪ੍ਰੀਤਮ ਨਾਲ ਸਿੱਧਾ ਸੰਬੰਧ ਜੁੜ ਗਿਆ ਹੈ। ਇਸ ਕਰਕੇ ਮੈਨੂੰ ਸ਼ਰ੍ਹਾ ਦੇ ਨਿਯਮਾਂ ਵਿੱਚ ਆਪਣੇ ਆਪ ਨੂੰ ਕੈਦ ਕਰਨ ਦੀ ਜ਼ਰੂਰਤ ਨਹੀਂ ਅਤੇ ਜੀਵ ਰੂਪੀ ਇਸਤਰੀਆਂ ਦੀਆਂ ਉਹ ਰਾਤਾਂ ਹੀ ਚੰਗੇ ਪਾਸੇ ਲੱਗੀਆਂ ਮੰਨੀਆਂ ਜਾਣਗੀਆਂ ਜਿਹੜੀਆਂ ਉਸ ਨੇ ਆਪਣੇ ਪਿਆਰੇ ਦੇ ਪ੍ਰੇਮ ਨੂੰ ਮੰਨਦਿਆਂ ਬਤਾਈਆਂ ਹਨ। ਕਵੀ ਕਹਿੰਦਾ ਕਿ ਮੇਰਾ ਨਾਂ ਸ਼ਾਹ ਹੁਸੈਨ ਹੈ ਅਤੇ ਮੇਰੀ ਜਾਤ ਜਲਾਹਾ ਹੈ। ਮੈਨੂੰ ਤਾਨੀਆਂ ਵਾਲੀਆਂ ਗਾਲਾਂ ਦੇ ਰਹੀਆਂ ਹਨ ਕਿ ਰੱਬੀ ਪ੍ਰੇਮ ਵਿੱਚ ਮਸਤ ਹੋਇਆ ਹੈ। ਮੈਂ ਤਾਨੀਆਂ ਦਾ ਕੰਮ ਮੁਕਾਉਣ ਵੱਲ ਧਿਆਨ ਨਹੀਂ ਦੇ ਸਕਦਾ।
ਇਹ ਸੀ ਸ਼ਾਹ ਹੁਸੈਨ ਦੀ ਜਿਹੜੀ ਕਵਿਤਾ ਹੈ, ਜਿਤ ਤਨ ਲਾਗੀ ਸੋਈ ਜਾਣੇ ਦੇ 2 ਪੈਰੇ। ਹੁਣ ਆਪਾਂ ਇਹਦਾ ਜਿਹੜਾ ਹੈ ਉਹ ਸਾਰ ਕਰਾਂਗੇ। ਜਿਤ ਤਨ ਲਾਗੀ ਸੋਈ ਜਾਣੇ ਕਾਫੀ ਸ਼ਾਹ ਹੁਸੈਨ ਦੀ ਲਿਖੀ ਹੋਈ ਹੈ। ਇਸ ਕਾਫੀ ਦਾ ਵਿਸ਼ਾ ਮਨੁੱਖੀ ਜੀਵਨ ਦੀ ਨਾਸ਼ਮਾਨਤਾ, ਰੱਬੀ ਇਸ਼ਕ ਤੇ ਨਾਮ ਸਿਮਰਨ ਹੈ। ਕਵੀ ਲਿਖਦਾ ਕਿ ਜਿਸ ਦਿਨ ਜੀਵ ਇਸਤਰੀ ਨੂੰ ਮੌਤ ਨੇ ਲੈ ਜਾਣਾ ਹੈ, ਉਸ ਦਿਨ ਬਾਬਲ ਦੀਆਂ ਗਲੀਆਂ ਅਰਥਾਤ ਇਹ ਸੰਸਾਰ ਉਸ ਲਈ ਸੁਪਨਾ ਬਣ ਕੇ ਰਹਿ ਜਾਵੇਗਾ ਅਤੇ ਉਹ ਮੁੜ ਕੇ ਇੱਥੇ ਨਹੀਂ ਆ ਸਕੇਗੀ। ਮੌਤ ਆਉਣ ਨਾਲ ਉਸ ਦੇ ਸਰੀਰ ਰੂਪੀ ਫੁੱਲ ਨੂੰ ਭੋਰ ਰੂਹ ਛੱਡ ਕੇ ਚਲਾ ਜਾਵੇਗਾ। ਜਿਨ੍ਹਾਂ ਦੇ ਤਨ ਨੂੰ ਇਸ਼ਕ ਦੀ ਚੋਟ ਲੱਗਦੀ ਹੈ, ਉਹੀ ਉਸ ਦੇ ਦਰਦ ਨੂੰ ਜਾਣਦੇ ਹਨ। ਇਸ਼ਕ ਦੀ ਚੋਟ ਖਾਧੇ ਬਿਨਾਂ ਇਸ਼ਕ ਦੀਆਂ ਗੱਲਾਂ ਕਰਨੀਆਂ ਬਹੁਤ ਸੁਖਾਲੀਆਂ ਹਨ। ਰੱਬ ਦੇ ਆਸ਼ਕ ਕਾਜ਼ੀਆਂ ਦੁਆਰਾ ਦੱਸੀ ਗਈ ਸ਼ਰ੍ਹਾ ਦੇ ਪਾਬੰਦੀ ਦੀ ਪਰਵਾਹ ਨਹੀਂ ਕਰਦੇ। ਰੱਬ ਦੇ ਆਸ਼ਕ ਦਾ ਦਿਲ ਕਾਜ਼ੀ ਦੀਆਂ ਮੱਤਾਂ ਸੁਣ ਕੇ ਰਾਜ਼ੀ ਨਹੀਂ ਹੁੰਦਾ। ਰੱਬੀ ਇਸ਼ਕ ਨਾਲ ਜੀਵ ਇਸਤਰੀ ਦਾ ਆਪਣੇ ਪ੍ਰੀਤਮ ਨਾਲ ਸਿੱਧਾ ਸੰਬੰਧ ਜੁੜ ਜਾਂਦਾ ਹੈ। ਇਸ ਕਰਕੇ ਉਹ ਸ਼ਰ੍ਹਾ ਦੇ ਨਿਯਮਾਂ ਵਿੱਚ ਆਪਣੇ ਆਪ ਨੂੰ ਕੈਦ ਕਰਨ ਦੀ ਜ਼ਰੂਰਤ ਨਹੀਂ ਸਮਝਦਾ। ਜੀਵ ਇਸਤਰੀ ਦੀਆਂ ਉਹ ਰਾਤਾਂ ਹੀ ਚੰਗੇ ਪਾਸੇ ਲੱਗੀਆਂ ਮੰਨੀਆਂ ਜਾਣਗੀਆਂ, ਜਿਹੜੀਆਂ ਉਸ ਨੇ ਆਪਣੇ ਪਿਆਰੇ ਦੇ ਪ੍ਰੇਮ ਨੂੰ ਮਾਣਦਿਆਂ ਬਿਤਾਈਆਂ ਹਨ। ਇਸ ਯਤਨ ਵਿੱਚ ਭਾਵੇਂ ਸ਼ਰ੍ਹਾ ਦੀ, ਜਿਵੇਂ ਮੁਸਲਮਾਨਾਂ 'ਚ ਧਰਮ ਹੈ, ਸ਼ਰ੍ਹਾ ਦੀ ਇੱਕ ਵੀ ਗੱਲ ਨਾ ਆਉਂਦੀ ਹੋਵੇ, ਸ਼ਾਹ ਹੁਸੈਨ ਵਰਗੇ ਜਾਤ ਦੇ ਜਲਾਈ ਨੂੰ ਜਦੋਂ ਰੱਬੀ ਇਸ਼ਕ ਲੱਗ ਗਿਆ ਹੈ ਤਾਂ ਉਹ ਤਾਨੀਆਂ ਦਾ ਕੰਮ, ਸੰਸਾਰਿਕ ਕੰਮ ਮੁਕਾਉਣ ਵਾਲਾ ਧਿਆਨ ਨਹੀਂ ਦੇ ਸਕਦਾ, ਜਿਸ ਕਾਰਨ ਸੰਸਾਰਿਕ ਲੋਕਾਂ ਦੀਆਂ ਗਾਲਾਂ ਤੇ ਤਿਰਸਕਾਰ ਦਾ ਸ਼ਿਕਾਰ ਬਣਨਾ ਪੈਂਦਾ ਹੈ। ਇਹ ਸੀ ਬਈ ਸ਼ਾਹ ਹੁਸੈਨ ਦੀ ਜਿਹੜੀ ਕਵਿਤਾ ਕਾਫੀ ਜਿਹੜੀ ਹੈ ਜਿਤ ਤਨ ਲਾਗੀ ਸੋਈ ਜਾਣੇ ਦਾ ਸਾਰ। ਅੱਗੇ ਆਪਾਂ ਕੱਲ੍ਹ ਨੂੰ ਕੋਈ ਹੋਰ ਨਵਾਂ ਕੰਮ ਕਰਾਂਗੇ। ਧੰਨਵਾਦ।